हाँ जी, स्वागत है जी ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਐਗਜ਼ਾਮ ਸਟੱਡੀ ਵਿਦ ਜੋਬ ਅਲਰਟ ਤੇ। ਸੋ ਮਾਸਟਰ ਕੇਡਰ ਮੈਡੀਵਲ ਹਿਸਟਰੀ ਅਗਲਾ ਲੈਕਚਰ ਅਗਲੇ ਨਵੇਂ MCQ ਪ੍ਰਸ਼ਨ ਉੱਤਰ ਤੁਹਾਡੇ ਲਈ ਲੈ ਕੇ ਆਏ ਹਾਂ। ਆਪਣਾ ਨਵੇਂ ਟੌਪਿਕ ਦਾ ਨਾਮ ਹੈ ਵਿਜੇਨਗਰ ਸਾਮਰਾਜ। ਇਸ ਨਾਲ ਸੰਬੰਧਿਤ ਜਿੰਨੇ ਵੀ MCQ ਪ੍ਰਸ਼ਨ ਉੱਤਰ ਬਣਦੇ ਆ ਉਹ ਤੁਹਾਨੂੰ ਪ੍ਰੋਵਾਈਡ ਕਰਨ ਜਾ ਰਹੇ ਹਾਂ। ਲੈਕਚਰ 9 ਹੈ। ਇਸ ਤੋਂ ਪਹਿਲਾਂ ਵਾਲੇ ਭਾਗ ਚੈਨਲ ਦੀ ਪਲੇਲਿਸਟ ਵਿੱਚ ਜਾ ਕੇ ਜਾਂ ਫਿਰ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਲਿੰਕ ਮਿਲ ਜਾਏਗਾ, ਉੱਥੇ ਜਾ ਕੇ ਰੀਡ ਕਰ ਸਕਦੇ ਹੋ। ਤਾਂ ਸਟਾਰਟ ਕਰਦੇ ਹਾਂ ਜੀ ਅਗਲੇ MCQ ਪ੍ਰਸ਼ਨ ਉੱਤਰ। ਤਾਂ ਵਿਜੇਨਗਰ ਸਾਮਰਾਜ ਆਪਣਾ ਟੌਪਿਕ ਹੈ। ਸੋ ਇਹਦਾ ਪ੍ਰਸ਼ਨ ਹੈ, ਵਿਜੇਨਗਰ ਸਾਮਰਾਜ ਦੀ ਸਥਾਪਨਾ ਸੀ ਕਿਹੜੇ ਸ਼ਾਸਕ ਦੇ ਸਮੇਂ ਹੋਈ ਸੀ। ਨੀਚੇ 4 ਸ਼ਾਸਕਾਂ ਦੇ ਨਾਮ ਦਿੱਤੇ ਗਏ ਨੇ, ਕਮੈਂਟ ਜ਼ਰੂਰ ਕਰ ਦਿਓ, ਗਲਤ ਹੋ ਜਾਏਗਾ ਕੋਈ ਗੱਲ ਨਹੀਂ। ਮੁਹੰਮਦ ਬਿਨ ਤੁਗਲਕ ਦੇ ਸਮੇਂ, ਫਿਰੋਜ਼ ਸ਼ਾਹ ਤੁਗਲਕ ਦੇ ਸਮੇਂ, ਗਿਆਸੂਦੀਨ ਤੁਗਲਕ ਦੇ ਸਮੇਂ ਜਾਂ ਫਿਰ ਨੁਸਰਤ ਸ਼ਾਹ ਦੇ ਸਮੇਂ। ਤਾਂ ਜੋ ਵਿਜੇਨਗਰ ਸੀ, ਵਿਜੇਨਗਰ ਸਾਮਰਾਜ ਸੀ, ਤਾਂ ਇਹਦੀ ਸਥਾਪਨਾ ਸੀ ਜਿਹੜੀ ਮੁਹੰਮਦ ਬਿਨ ਤੁਗਲਕ ਸ਼ਾਸਕ ਦੇ ਸਮੇਂ ਹੋਈ ਸੀ। ਆਪਸ਼ਨ ਊੜਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਵਿਜੇਨਗਰ ਸਾਮਰਾਜ ਦੀ ਸਥਾਪਨਾ 1336 ਈਸਵੀ ਦੇ ਵਿੱਚ ਹਰੀਹਰ ਤੇ ਬੁੱਕਾ ਰਾਏ ਨੇ ਕਿਹੜੀ ਸਦੀ ਦੇ ਵਿੱਚ ਕੀਤੀ ਸੀ। 13ਵੀਂ ਸਦੀ, 14ਵੀਂ, 15ਵੀਂ ਜਾਂ ਫਿਰ 12ਵੀਂ ਸਦੀ ਦੇ ਵਿੱਚ। ਤਾਂ ਵਿਜੇਨਗਰ ਸਾਮਰਾਜ ਦੀ ਸਥਾਪਨਾ ਸੀ ਜਿਹੜੀ 1336 ਦੇ ਵਿੱਚ ਹਰੀਹਰ ਅਤੇ ਬੁੱਕਾ ਰਾਏ, ਤਾਂ ਇਹਨਾਂ ਨੇ 14ਵੀਂ ਸਦੀ ਦੇ ਵਿੱਚ ਕੀਤੀ ਸੀ। ਤਾਂ ਦੋਨੇ ਸ਼ਾਸਕ ਹੋਏ ਨੇ, ਦੋਨੇ ਭਰਾ ਹੋਏ ਨੇ, ਹਰੀਹਰ ਅਤੇ ਬੁੱਕਾ। ਸੋ ਕਾਫੀ ਇੰਪੋਰਟੈਂਟ ਕੁਐਸਚਨ ਹੈ ਇਹ ਐਗਜ਼ਾਮ ਦੇ ਵਿੱਚ, ਇਹਨਾਂ ਨਾਲ ਸੰਬੰਧਿਤ ਕੁਐਸਚਨ ਜਿਹੜਾ ਪੁੱਛਿਆ ਜਾਂਦਾ ਹੈ। ਤਾਂ 14ਵੀਂ ਸਦੀ ਦੇ ਵਿੱਚ ਵਿਜੇਨਗਰ ਸਾਮਰਾਜ ਦੀ ਸਥਾਪਨਾ ਈਅਰ ਸੀਗਾ 1336 ਦੇ ਵਿੱਚ ਹਰੀਹਰ ਅਤੇ ਬੁੱਕਾ ਰਾਏ ਨੇ ਕੀਤੀ ਸੀ। ਜੇ ਇਹ ਪੁੱਛਣਾ ਕਿਸ ਸ਼ਾਸਕ ਦੇ ਸਮੇਂ ਹੋਈ ਸੀ, ਤਾਂ ਮੁਹੰਮਦ ਬਿਨ ਤੁਗਲਕ ਦੇ। ਤਾਂ ਡਿਫਰੈਂਟ ਕੁਐਸਚਨ ਨੇ ਇਹ। ਅਗਲਾ ਪ੍ਰਸ਼ਨ ਹੈ, ਵਿਜੇਨਗਰ ਸਾਮਰਾਜ ਦੇ ਬਾਰੇ ਇਹਨਾਂ ਦੇ ਵਿੱਚੋਂ ਜੋ ਹੇਠ ਲਿਖੇ ਕਥਨ ਨੇ, ਕਿਹੜਾ ਕਥਨ ਜਿਹੜਾ ਸਹੀ ਨਹੀਂ ਹੈ, ਸਹੀ ਨਹੀਂ ਹੈ ਦੱਸਣਾ ਹੈ। ਤਾਂ ਇਹਦੇ ਵਿੱਚ ਜਿਹੜਾ ਸਹੀ ਨਹੀਂ ਹੈ ਕਥਨ ਹੈ ਉਹ ਆਏਗਾ ਈਡੀ। ਵਿਜੇਨਗਰ ਸਾਮਰਾਜ ਦੀ ਸਥਾਪਨਾ 1330 ਈਸਵੀ ਦੇ ਵਿੱਚ ਹੋਈ ਸੀ। ਤਾਂ 1330 ਦੇ ਵਿੱਚ ਨਹੀਂ ਹੋਈ, ਹੁਣ ਆਪਾਂ ਕੁਐਸਚਨ ਕਰਕੇ ਆਏ ਹਾਂ 1336 ਦੇ ਵਿੱਚ ਹੋਈ ਸੀ। ਬਾਕੀ ਆਪਸ਼ਨ ਊੜਾ, ਆਪਸ਼ਨ ਆੜਾ ਅਤੇ ਸੱਸਾ, ਇਹ ਕਥਨ ਵਿਜੇਨਗਰ ਸਾਮਰਾਜ ਦੇ ਬਾਰੇ ਸਹੀ ਨੇ। ਜਿਵੇਂ ਪਹਿਲੀ ਆਪਸ਼ਨ ਦੇ ਵਿੱਚ ਦਿੱਤਾ ਪਿਆ, ਵਿਜੇਨਗਰ ਸਾਮਰਾਜ ਸਥਾਪਨਾ ਹਰੀਹਰ ਅਤੇ ਬੁੱਕਾ ਰਾਏ ਨੇ ਕੀਤੀ ਸੀ। ਵਿਜੇਨਗਰ ਦੀ ਸਾਮਰਾਜ ਦੀ ਸਥਾਪਨਾ ਜਿਹੜੀ ਤੁਰਕਾਂ ਦੀ ਪ੍ਰਭੂਸੱਤਾ ਦੇ ਵਿਰੁੱਧ ਹੋਈ ਸੀ। ਇਸ ਸਾਮਰਾਜ ਦੀ ਨੀਂਹ ਤੁੰਗਭਦਰਾ ਨਦੀ ਦੇ ਕੰਢੇ ਤੋਂ ਹੋਈ ਸੀ। ਸੋ ਨਦੀ ਵੀ ਪੁੱਛੀ ਜਾ ਸਕਦੀ ਹੈ, ਈਅਰ ਪੁੱਛਿਆ ਜਾ ਸਕਦਾ ਹੈ, ਕਿਹੜੇ ਸ਼ਾਸਕ ਦੇ ਸਮੇਂ ਹੋਈ ਸੀ ਇਹ ਪੁੱਛਿਆ ਜਾ ਸਕਦਾ ਹੈ, ਅਤੇ ਕਿਹਨਾਂ ਦੁਆਰਾ ਕਿਹੜੀ ਸਦੀ ਦੇ ਵਿੱਚ ਕੀਤੀ ਸੀ ਇਹ ਵੀ ਪੁੱਛਿਆ ਜਾ ਸਕਦਾ ਹੈ। ਤਾਂ ਇਹਦੇ ਵਿੱਚ ਇਹ ਪੁੱਛਿਆ ਗਿਆ ਸੀ ਕਿਹੜਾ ਕਥਨ ਜਿਹੜਾ ਇਹਨਾਂ ਵਿੱਚੋਂ ਸਹੀ ਨਹੀਂ ਹੈ ਵਿਜੇਨਗਰ ਸਾਮਰਾਜ ਦੇ ਬਾਰੇ, ਤਾਂ ਉਹ ਆਏਗਾ ਆਪਸ਼ਨ ਈਡੀ। ਵਿਜੇਨਗਰ ਸਾਮਰਾਜ ਦੀ ਸਥਾਪਨਾ 1330 ਈਸਵੀ ਵਿੱਚ ਹੋਈ। 1330 ਈਸਵੀ ਵਿੱਚ ਨਹੀਂ ਹੋਈ, 1336 ਦੇ ਵਿੱਚ ਹੋਈ ਸੀ। ਅਗਲਾ ਪ੍ਰਸ਼ਨ ਹੈ, ਹਰੀਹਰ ਤੇ ਬੁੱਕਾ ਰਾਏ ਨੇ ਵਿਜੇਨਗਰ ਸਾਮਰਾਜ ਦੀ ਨੀਂਹ ਕਿਸ ਦੇ ਪ੍ਰਭਾਵ ਹੇਠ ਰੱਖੀ ਸੀ। ਪੰਡਿਤ ਵਿਦਿਆ ਰਾਏ, ਪੰਡਿਤ ਰਾਮਦਾਸ, ਪੰਡਿਤ ਦਿਵਿਆ ਰਾਏ ਜਾਂ ਜੂਨਾ ਖਾਂ। ਤਾਂ ਹਰੀਹਰ ਤੇ ਬੁੱਕਾ ਰਾਏ ਨੇ ਵਿਜੇਨਗਰ ਸਾਮਰਾਜ ਦੀ ਜਿਹੜੀ ਨੀਂਹ ਸੀ ਜਿਹਦੇ ਪ੍ਰਭਾਵ ਹੇਠ ਰੱਖੀ ਸੀ, ਪੰਡਿਤ ਵਿਦਿਆ ਰਾਏ ਦੀ। 1336 ਦੇ ਵਿੱਚ ਰੱਖੀ ਸੀ, 14ਵੀਂ ਸਦੀ ਦੇ ਵਿੱਚ ਰੱਖੀ ਗਈ ਸੀ, ਅਤੇ ਕਿਹਦੇ ਪ੍ਰਭਾਵ ਹੇਠ ਰੱਖੀ ਗਈ ਸੀ, ਪੰਡਿਤ ਵਿਦਿਆ ਰਾਏ ਦੀ। ਆਪਸ਼ਨ ਊੜਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਹਰੀਹਰ ਤੇ ਬੁੱਕਾ ਰਾਏ ਕਿਸ ਵੰਸ਼ ਨਾਲ ਸੰਬੰਧਿਤ ਸਨ। ਇਹਨਾਂ ਦਾ ਵੰਸ਼ ਕਿਹੜਾ ਸੀਗਾ, ਸੰਗਮ, ਸੁਲਭ, ਤੁਲਬ ਜਾਂ ਅਰਵੇਦੂ। ਤਾਂ ਇਹ 4 ਵੰਸ਼ਾਂ ਦੇ ਨਾਮ ਨੇ। ਤਾਂ ਹਰੀਹਰ ਤੇ ਬੁੱਕਾ ਰਾਏ ਜਿਨ੍ਹਾਂ ਨੇ ਵਿਜੇਨਗਰ ਸਾਮਰਾਜ ਦੀ ਸਥਾਪਨਾ ਕੀਤੀ ਸੀ, ਤਾਂ ਇਹ ਸੰਗਮ ਵੰਸ਼ ਦੇ ਨਾਲ ਸੰਬੰਧਿਤ ਸੀਗੇ। ਆਪਸ਼ਨ ਊੜਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਹਰੀਹਰ ਤੇ ਬੁੱਕਾ ਰਾਏ ਨੂੰ ਹਿੰਦੂਆਂ ਤੋਂ ਮੁਸਲਮਾਨ ਬਣਾਉਣ ਵਾਲੇ ਸ਼ਾਸਕ ਦਾ ਨਾਮ ਕੀ ਸੀ। ਉਹ ਕਿਹੜਾ ਸ਼ਾਸਕ ਸੀਗਾ ਜਿਸ ਨੇ ਹਰੀਹਰ ਤੇ ਬੁੱਕਾ ਰਾਏ ਨੂੰ ਹਿੰਦੂਆਂ ਤੋਂ, ਇਹ ਹਿੰਦੂ ਸੀਗੇ, ਬਾਅਦ ਵਿੱਚ ਇਹਨੂੰ ਮੁਸਲਮਾਨ ਬਣਾ ਦਿੱਤਾ ਸੀਗਾ, ਉਹ ਸ਼ਾਸਕ ਦਾ ਨਾਮ ਦੱਸਣਾ ਹੈ। ਮੁਹੰਮਦ ਬਿਨ ਕਾਸਿਮ, ਮੁਹੰਮਦ ਬਿਨ ਤੁਗਲਕ, ਫਿਰੋਜ਼ ਸ਼ਾਹ ਤੁਗਲਕ, ਗਿਆਸੂਦੀਨ ਤੁਗਲਕ। ਤਾਂ ਇਹ ਸ਼ਾਸਕ ਸੀਗਾ ਮੁਹੰਮਦ ਬਿਨ ਤੁਗਲਕ। ਤਾਂ ਵਿਜੇਨਗਰ ਸਾਮਰਾਜ ਦੀ ਸਥਾਪਨਾ ਵੀ ਜਿਹੜੀ ਇਸੇ ਸ਼ਾਸਕ ਦੇ ਸਮੇਂ ਹੋਈ ਸੀ, ਮੁਹੰਮਦ ਬਿਨ ਤੁਗਲਕ ਦੇ, ਅਤੇ ਇਹੀ ਸ਼ਾਸਕ ਸੀਗਾ ਜਿਹਨੇ ਹਰੀਹਰ ਤੇ ਬੁੱਕਾ ਰਾਏ ਦਾ ਧਰਮ ਪਰਿਵਰਤਨ ਕੀਤਾ ਸੀਗਾ, ਹਿੰਦੂਆਂ ਤੋਂ ਮੁਸਲਮਾਨ ਸੀ ਜਿਹੜਾ ਉਹਨਾਂ ਨੂੰ ਬਣਾਇਆ ਸੀਗਾ। ਆਪਸ਼ਨ ਆੜਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਸੰਗਮ ਵੰਸ਼ ਦਾ ਸਭ ਤੋਂ ਪਹਿਲਾ ਸ਼ਾਸਕ ਕੌਣ ਸੀ। ਹਰੀਹਰ ਪਹਿਲਾ,
ਦੇਵਰਾਏ ਪਹਿਲਾ, ਹਰੀਹਰ ਦੂਜਾ ਜਾਂ ਦੇਵਰਾਏ ਦੂਜਾ। ਤਾਂ ਜੋ ਸੰਗਮ ਵੰਸ਼ ਹੋਇਆ, ਆਪਾਂ ਪਹਿਲਾਂ ਉੱਪਰ ਕੁਐਸਚਨ ਕਰਕੇ ਆਏ ਹਾਂ, ਇਹਦਾ ਸਭ ਤੋਂ ਪਹਿਲਾ ਸ਼ਾਸਕ ਸੀਗਾ ਜਿਹੜਾ ਹਰੀਹਰ ਪਹਿਲਾ ਸੀਗਾ। ਆਪਸ਼ਨ ਊੜਾ ਰਾਈਟ ਆਨਸਰ ਆਏਗਾ। ਹਰੀਹਰ ਅਤੇ ਬੁੱਕਾ ਰਾਏ ਇਹ ਸੰਗਮ ਵੰਸ਼ ਦੇ ਨਾਲ ਸੰਬੰਧਿਤ ਸੀਗੇ ਅਤੇ ਪਹਿਲਾ ਸ਼ਾਸਕ ਅਗਰ ਪੁੱਛ ਲਿਆ ਜਾਂਦਾ ਹੈ ਤਾਂ ਉਹ ਹਰੀਹਰ ਪਹਿਲਾ ਸੀਗਾ। ਅਗਲਾ ਪ੍ਰਸ਼ਨ ਹੈ, ਨੈਲੋਰ ਜ਼ਿਲ੍ਹੇ ਵਿੱਚ ਉਦੈਗਿਰੀ ਦੇ ਕਿਲ੍ਹੇ ਦੀ ਉਸਾਰੀ ਸੀ ਜਿਹੜੀ ਕਿਸ ਨੇ ਕਰਵਾਈ ਸੀ। ਸੋ ਇੱਥੇ ਇਹ ਵੀ ਕੁਐਸਚਨ ਬਣਦਾ ਹੈ, ਉਦੈਗਿਰੀ ਕਿਲ੍ਹਾ ਕਿਹੜੇ ਜ਼ਿਲ੍ਹੇ ਦੇ ਵਿੱਚ ਸੰਬੰਧਿਤ ਹੈ, ਤਾਂ ਨੈਲੋਰ ਜ਼ਿਲ੍ਹੇ ਵਿੱਚ ਜਿਹੜਾ ਉਦੈਗਿਰੀ ਕਿਲ੍ਹਾ ਜਿਹੜਾ ਸਥਿਤ ਹੈ ਅਤੇ ਇਹਦੀ ਉਸਾਰੀ ਕਿਸ ਨੇ ਕਰਵਾਈ ਸੀ ਇਹ ਦੱਸਣਾ ਹੈ। ਹਰੀਹਰ ਪਹਿਲੇ ਨੇ, ਬੁੱਕਾ ਰਾਏ ਨੇ, ਕ੍ਰਿਸ਼ਨ ਦੇਵ ਰਾਏ ਨੇ ਜਾਂ ਹਰੀਹਰ ਦੂਜੇ ਨੇ। ਤਾਂ ਇਹਦੀ ਜਿਹੜੀ ਉਸਾਰੀ ਸੀ ਇਹ ਹਰੀਹਰ ਪਹਿਲੇ ਨੇ ਕਰਵਾਈ ਸੀਗੀ। ਉਦੈਗਿਰੀ ਦਾ ਜੋ ਕਿਲ੍ਹਾ ਹੈ ਨੈਲੋਰ ਜ਼ਿਲ੍ਹੇ ਦੇ ਵਿੱਚ। ਆਪਸ਼ਨ ਊੜਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਇਟਲੀ ਦਾ ਨਿਕੋਲੀ ਕੋਂਤੀ ਅਤੇ ਈਰਾਨ ਦਾ ਅਬਦੁਰ ਰਜ਼ਾਕ ਕਿਹੜੇ ਸ਼ਾਸਕ ਦੇ ਰਾਜਕਾਲ ਵਿੱਚ ਵਿਜੇਨਗਰ ਸਾਮਰਾਜ ਦੀ ਯਾਤਰਾ ਕਰਨ ਆਏ ਸੀ। ਜਾਂ ਇਹ ਵੀ ਪੁੱਛ ਲਿਆ ਜਾਂਦਾ ਹੈ, ਵਿਜੇਨਗਰ ਸਾਮਰਾਜ ਦੀ ਯਾਤਰਾ ਕਰਨ ਕੌਣ ਆਏ ਸੀਗੇ, ਤਾਂ ਨੀਚੇ ਇਹਨਾਂ ਦੇ ਨਾਮ ਜਿਹੜੇ ਦੇ ਦਿੱਤੇ ਜਾਂਦੇ ਆ। ਤਾਂ ਇੱਥੇ ਇਹ ਕੁਐਸਚਨ ਬਣਦਾ ਹੈ ਕਿ ਕਿਹੜੇ ਸ਼ਾਸਕ ਦੇ ਰਾਜਕਾਲ ਦੇ ਵਿੱਚ ਇਟਲੀ ਦੇ ਨਿਕੋਲੀ ਕੋਂਤੀ ਅਤੇ ਈਰਾਨ ਦਾ ਅਬਦੁਰ ਰਜ਼ਾਕ ਇਹ ਵਿਜੇਨਗਰ ਸਾਮਰਾਜ ਸੀ ਜਿਹੜਾ ਇਹਦੀ ਯਾਤਰਾ ਕਰਨ ਆਏ ਸੀ। ਕ੍ਰਿਸ਼ਨ ਦੇਵ ਰਾਏ, ਦੇਵਰਾਏ ਪਹਿਲਾ, ਦੇਵਰਾਏ ਦੂਜਾ ਜਾਂ ਬੁੱਕਾ ਰਾਏ। ਤਾਂ ਇਹ ਸ਼ਾਸਕ ਸੀਗਾ ਉਸ ਸਮੇਂ ਰਾਜਕਾਲ ਸੀ ਜਿਹਦਾ ਦੇਵਰਾਏ ਦੂਜਾ। ਦੇਵਰਾਏ ਦੂਜੇ ਸ਼ਾਸਕ ਦੇ ਰਾਜਕਾਲ ਦੇ ਦੌਰਾਨ ਇਟਲੀ ਦਾ ਨਿਕੋਲੀ ਕੋਂਤੀ ਅਤੇ ਈਰਾਨ ਦਾ ਅਬਦੁਰ ਰਜ਼ਾਕ ਵਿਜੇਨਗਰ ਜਿਹੜਾ ਸਾਮਰਾਜ ਸੀ ਇਹਦੀ ਯਾਤਰਾ ਕਰਨ ਆਏ ਸੀ। ਆਪਸ਼ਨ ਈ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਸੰਗਮ ਵੰਸ਼ ਦਾ ਆਖਰੀ ਸ਼ਾਸਕ ਕੌਣ ਸੀਗਾ। ਵਿਰੂਪਾਕਸ਼ ਪਹਿਲਾ, ਵਿਰੂਪਾਕਸ਼ ਦੂਜਾ, ਨਰਸਿੰਘ ਜਾਂ ਫਿਰ ਦੇਵਰਾਏ ਦੂਜਾ। ਤਾਂ ਸੰਗਮ ਵੰਸ਼ ਦਾ ਆਖਰੀ ਸ਼ਾਸਕ ਜਿਹੜਾ ਹੋਇਆ ਸੀਗਾ ਵਿਰੂਪਾਕਸ਼ ਦੂਜਾ ਹੋਇਆ। ਆਪਸ਼ਨ ਆੜਾ ਰਾਈਟ ਆਨਸਰ ਆਏਗਾ। ਜਾਂ ਆਖਰੀ ਸ਼ਾਸਕ ਪੁੱਛਿਆ ਜਾਂਦਾ ਹੈ ਜਾਂ ਪਹਿਲਾ, ਸੋ ਇਹ ਕਿਸੇ ਵੀ ਵੰਸ਼ ਨਾਲ ਸੰਬੰਧਿਤ ਪੁੱਛਿਆ ਜਾ ਸਕਦਾ ਹੈ। ਸੁਲਭ ਵੰਸ਼ ਦਾ ਮੋਢੀ ਕੌਣ ਸੀਗਾ। ਕ੍ਰਿਸ਼ਨ ਦੇਵ ਰਾਏ, ਹਰੀਹਰ ਤੇ ਬੁੱਕਾ ਰਾਏ, ਵਿਰੂਪਾਕਸ਼ ਜਾਂ ਫਿਰ ਨਰਸਿੰਘ। ਤਾਂ ਜੋ ਸੁਲਭ ਵੰਸ਼ ਸੀਗਾ ਤਾਂ ਇਸ ਦਾ ਜਿਹੜਾ ਮੋਢੀ ਸੀਗਾ ਉਹ ਨਰਸਿੰਘ ਹੋਇਆ। ਆਪਸ਼ਨ ਸੱਸਾ ਰਾਈਟ ਆਨਸਰ ਆਏਗਾ। ਸੁਲਭ ਵੰਸ਼ ਦਾ ਅੰਤਿਮ ਸ਼ਾਸਕ ਯਾਨੀ ਕਿ ਆਖਰੀ ਸ਼ਾਸਕ ਕੌਣ ਹੋਇਆ ਹੈ। ਮੋਢੀ ਦਾ ਨਰਸਿੰਘ ਸੀਗਾ, ਆਖਰੀ ਸ਼ਾਸਕ ਪੁੱਛਿਆ ਗਿਆ ਤਾਂ ਇਹ ਹੋਇਆ ਇਮੰਡੀ ਨਰਸਿੰਘ ਜੋ ਸੁਲਭ ਵੰਸ਼ ਦਾ ਅੰਤਿਮ ਯਾਨੀ ਕਿ ਆਖਰੀ ਸ਼ਾਸਕ ਹੋਇਆ। ਅਗਲਾ ਪ੍ਰਸ਼ਨ ਹੈ, ਦੇਵਰਾਏ ਪਹਿਲਾ 1406-1422 ਕਿਸ ਦਾ ਉਪਾਸਕ ਸੀਗਾ। ਸ਼ਿਵ ਜੀ ਦਾ, ਵਿਸ਼ਨੂੰ ਦਾ, ਇੰਦਰ ਦਾ ਜਾਂ ਫਿਰ ਰਾਮ ਦਾ। ਤਾਂ ਦੇਵਰਾਏ ਜੋ ਪਹਿਲਾ ਹੋਇਆ ਜਿਹਦਾ ਕਾਲ ਸ਼ਾਸਨ ਕਾਲ ਸੀਗਾ 1406 ਤੋਂ 1422 ਤਾਂ ਇਹ ਸ਼ਿਵ ਜੀ ਦਾ ਉਪਾਸਕ ਸੀਗਾ, ਸ਼ਿਵ ਜੀ ਨੂੰ ਮੰਨਦਾ ਸੀਗਾ। ਆਪਸ਼ਨ ਊੜਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਸੁਲਭ ਵੰਸ਼ ਦੇ ਸ਼ਾਸਕਾਂ ਬਾਰੇ ਇਹਨਾਂ ਵਿੱਚੋਂ ਕਿਹੜਾ ਕਥਨ ਜਿਹੜਾ ਸਹੀ ਨਹੀਂ ਹੈ। ਤਾਂ ਇਹ ਕਥਨ ਹੈ ਜੀ ਆਪਸ਼ਨ ਊੜਾ। ਸੁਲਭ ਵੰਸ਼ ਦੀ ਨੀਂਹ ਕ੍ਰਿਸ਼ਨ ਦੇਵ ਰਾਏ ਨੇ 1485 ਈਸਵੀ ਦੇ ਵਿੱਚ ਰੱਖੀ ਸੀ। ਤਾਂ ਇਹ ਕਥਨ ਹੈ ਜਿਹੜਾ ਸਹੀ ਨਹੀਂ ਹੈ, ਆਪਸ਼ਨ ਊੜਾ। ਬਾਕੀ ਕਥਨ ਹੈ ਜਿਹੜੇ ਸਹੀ ਨੇ। ਸੁਲਭ ਵੰਸ਼ ਦਾ ਸ਼ਾਸਕ ਕਾਲ ਹੈ ਜਿਹੜਾ 1485 ਤੋਂ 1505 ਈਸਵੀ ਤੱਕ ਹੈ। ਇਮੰਡੀ ਨਾਰ ਆਪਾਂ ਹੁਣੇ ਪੜ੍ਹ ਕੇ ਆਏ ਹਾਂ, ਸੁਲਭ ਵੰਸ਼ ਦਾ ਅੰਤਮ ਸ਼ਾਸਕ ਸੀਗਾ। ਨਰਸਿੰਘ ਦਾ ਉੱਤਰਾਧਿਕਾਰੀ ਵੀਰ ਨਰਸਿੰਘ 1490 ਤੋਂ 1500 ਈਸਵੀ ਤੱਕ ਸੀ। ਇਹ ਕਥਨ ਜਿਹੜੇ ਸਹੀ ਨੇ। ਜਿਹੜਾ ਸਹੀ ਨਹੀਂ ਹੈ ਉਹ ਹੈ ਇਹਦੀ ਨੀਂਹ ਰੱਖਣ ਬਾਰੇ। ਸੁਲਭ ਵੰਸ਼ ਦੀ ਨੀਂਹ ਕ੍ਰਿਸ਼ਨ ਦੇਵ ਰਾਏ ਨੇ 1485 ਦੇ ਵਿੱਚ ਰੱਖੀ ਸੀ। ਆਪਸ਼ਨ ਊੜਾ ਇਹ ਕਥਨ ਹੈ ਜਿਹੜਾ ਸਹੀ ਨਹੀਂ ਹੈ। ਅਗਲਾ ਪ੍ਰਸ਼ਨ ਹੈ, ਤੁਲਬ ਵੰਸ਼ ਦਾ 1505 ਤੋਂ 1570 ਈਸਵੀ ਦਾ ਸਭ ਤੋਂ ਮਹਾਨ ਸ਼ਾਸਕ ਕੌਣ ਸੀ। ਵੀਰ ਨਰਸਿੰਘ, ਕ੍ਰਿਸ਼ਨ ਦੇਵ ਰਾਏ, ਹਰੀਹਰ ਦੂਜਾ ਜਾਂ ਅਰਵਿੰਦੂ। ਤਾਂ ਤੁਲਬ ਵੰਸ਼ ਦਾ 1505 ਤੋਂ 1570 ਈਸਵੀ ਦਾ ਸਭ ਤੋਂ ਮਹਾਨ ਜਿਹੜਾ ਸ਼ਾਸਕ ਹੋਇਆ ਉਹ ਕ੍ਰਿਸ਼ਨ ਦੇਵ ਰਾਏ ਸੀ। ਆਪਸ਼ਨ ਆੜਾ ਰਾਈਟ ਆਨਸਰ ਆਏਗਾ।
ਅਗਲਾ ਪ੍ਰਸ਼ਨ ਹੈ ਤੁਲਬ ਵੰਸ਼ ਦਾ ਮੋਢੀ ਕੌਣ ਸੀ? ਨਰਸਿੰਘ, ਇਮੰਡੀ ਨਰਸਿੰਘ, ਵੀਰ ਨਰਸਿੰਘ ਜਾਂ ਨਰਸਿੰਘ ਵਰਮਨ। ਤਾਂ ਜੋ ਤੁਲਬ ਵੰਸ਼ ਹੋਇਆ ਤਾਂ ਇਸ ਦਾ ਮੋਢੀ ਸੀ ਜਿਹੜਾ ਉਹ ਵੀਰ ਨਰਸਿੰਘ ਸੀਗਾ। ਆਪਸ਼ਨ ਈ ਡੀ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ ਹੇਠਾਂ ਦਿੱਤੇ ਵਿੱਚੋਂ ਕ੍ਰਿਸ਼ਨ ਦੇਵ ਰਾਏ ਬਾਰੇ ਕਿਹੜਾ ਕਥਨ ਹੈ ਜਿਹੜਾ ਸਹੀ ਨਹੀਂ ਹੈ? ਕ੍ਰਿਸ਼ਨ ਦੇਵ ਰਾਏ ਨਰਸ ਨਾਇਕ ਦਾ ਛੋਟਾ ਪੁੱਤਰ ਸੀ। ਉਸਦਾ ਸ਼ਾਸਨਕਾਲ 1509 ਤੋਂ 1529 ਈਸਵੀ ਹੈ। ਕ੍ਰਿਸ਼ਨ ਦੇਵ ਰਾਏ ਦੀ ਤਾਜਪੋਸ਼ੀ ਹੈ ਜਿਹੜੀ ਰਸਮ 8 ਅਗਸਤ 1509 ਈਸਵੀ ਨੂੰ ਹੋਈ। ਜਾਂ ਕ੍ਰਿਸ਼ਨ ਦੇਵ ਰਾਏ ਹਿੰਦੀ ਭਾਸ਼ਾ ਦਾ ਮਹਾਨ ਵਿਦਵਾਨ ਸੀ। ਜਿਹੜਾ ਕ੍ਰਿਸ਼ਨ ਦੇਵ ਰਾਏ ਬਾਰੇ ਕਥਨ ਸਹੀ ਨਹੀਂ ਹੈ ਉਹ ਹੈ ਆਪਸ਼ਨ ਸੱਸਾ। ਜੋ ਕ੍ਰਿਸ਼ਨ ਦੇਵ ਰਾਏ ਸੀ ਹਿੰਦੀ ਭਾਸ਼ਾ ਦਾ ਮਹਾਨ ਵਿਦਵਾਨ ਸੀ, ਤਾਂ ਇਹ ਹਿੰਦੀ ਭਾਸ਼ਾ ਦਾ ਮਹਾਨ ਵਿਦਵਾਨ ਨਹੀਂ ਸੀ। ਤਾਂ ਇਹ ਕਥਨ ਇਹਦੇ ਵਿੱਚ ਕ੍ਰਿਸ਼ਨ ਦੇਵ ਰਾਏ ਦੇ ਬਾਰੇ ਗਲਤ ਹੈ। ਆਪਸ਼ਨ ਸੱਸਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ ਇਹਨਾਂ ਵਿੱਚੋਂ ਕਿਹੜੀ ਲੜਾਈ ਵਿਜੇਨਗਰ ਸਾਮਰਾਜ ਦੇ ਪਤਨ ਦਾ ਕਾਰਨ ਬਣੀ ਸੀ? ਪਾਣੀਪਤ ਦੀ ਦੂਜੀ ਲੜਾਈ, ਤਰੈਣ ਦੀ ਦੂਜੀ ਲੜਾਈ, ਤਲੀਕੋਟਾ ਦੀ ਲੜਾਈ ਜਾਂ ਕਨਵਾ ਦੀ ਲੜਾਈ। ਤਾਂ ਇਹਨਾਂ ਵਿੱਚੋਂ ਉਹ ਲੜਾਈ ਜਿਹੜੀ ਵਿਜੇਨਗਰ ਸਾਮਰਾਜ ਦਾ ਪਤਨ ਦਾ ਕਾਰਨ ਬਣੀ ਸੀ, ਜਿਸ ਕਾਰਨ ਵਿਜੇਨਗਰ ਸਾਮਰਾਜ ਦਾ ਪਤਨ ਹੋਣਾ ਜਿਹੜਾ ਸ਼ੁਰੂ ਹੋ ਗਿਆ ਸੀਗਾ, ਉਹ ਸੀ ਤਲੀਕੋਟਾ ਦੀ ਲੜਾਈ। ਆਪਸ਼ਨ ਈ ਡੀ। ਤਾਂ ਇਹ ਲੜਾਈਆਂ 'ਤੇ ਅਕਸਰ ਐਗਜ਼ਾਮ ਦੇ ਵਿੱਚ ਕੁਐਸਚਨ ਪੁੱਛੇ ਜਾਂਦੇ ਹੈ। ਪਾਣੀਪਤ ਦੀ ਪਹਿਲੀ, ਦੂਜੀ, ਤੀਜੀ ਜਾਂ ਤਰੈਣ ਦੀ ਲੜਾਈ, ਇਹਨਾਂ ਦੋ ਦੇ ਵਿੱਚੋਂ ਜ਼ਿਆਦਾਤਰ ਕੁਐਸਚਨ ਜਿਹੜੇ ਤੁਹਾਡੇ ਤੋਂ ਪੁੱਛੇ ਜਾਂਦੇ ਆ। ਅਗਲਾ ਪ੍ਰਸ਼ਨ ਹੈ ਆਂਧਰਾ ਦਾ ਭੋਜ ਕਿਹੜੇ ਸ਼ਾਸਕ ਨੂੰ ਕਿਹਾ ਜਾਂਦਾ ਹੈ? ਕ੍ਰਿਸ਼ਨ ਦੇਵ ਰਾਏ ਨੂੰ, ਹਰੀਹਰ ਦੂਜੇ ਨੂੰ, ਦੇਵ ਰਾਏ ਪਹਿਲੇ ਨੂੰ ਜਾਂ ਦੇਵ ਰਾਏ ਦੂਜੇ ਨੂੰ। ਤਾਂ ਆਂਧਰਾ ਦਾ ਭੋਜ ਆ ਜਿਹੜਾ ਉਹ ਕ੍ਰਿਸ਼ਨ ਦੇਵ ਰਾਏ ਨੂੰ ਕਿਹਾ ਜਾਂਦਾ ਹੈ। ਆਪਸ਼ਨ ਊੜਾ ਸਾਡਾ ਰਾਈਟ ਆਨਸਰ ਆਏਗਾ। ਸੋ ਦੋਸਤੋ ਇਹ ਅਗਲੇ ਭਾਗ ਦੇ ਅਗਲੇ ਮੋਸਟ ਇੰਪੋਰਟੈਂਟ ਕੁਐਸਚਨ ਸੀ। ਕੰਟੀਨਿਊ ਤੁਹਾਨੂੰ ਪ੍ਰਸ਼ਨ ਉੱਤਰ ਜਿਹੜੇ ਪ੍ਰੋਵਾਈਡ ਕਰਦੇ ਰਹਾਂਗੇ। ਵਿੱਚ ਦੀ ਹੋਰ ਅਪਡੇਟਸ ਆ ਜਾਂਦੀਆਂ ਨੇ, ਇਸ ਕਰਕੇ ਕਲਾਸ ਨਹੀਂ ਲੱਗਦੀ। ਸੋ ਇਸ ਕਰਕੇ ਕਲਾਸ ਵੀ ਸਟਾਪ ਕੀਤੀ ਗਈ ਸੀ। ਥੋੜ੍ਹਾ ਰਿਸਪੌਂਸ ਵੀ ਆਡੀਅנਸ ਦਾ ਜਿਹੜਾ ਘੱਟ ਸੀਗਾ, ਕਿਉਂਕਿ ਹਜੇ ਐਗਜ਼ਾਮ ਦੀ ਡੇਟ ਜਿਹੜੀ ਆਊਟ ਨਹੀਂ ਕੀਤੀ ਗਈ। ਵਾਰ-ਵਾਰ ਕਮੈਂਟ ਆਉਂਦੇ ਸੀ ਕਿ ਡੇਟ ਆਊਟ ਕਦੋਂ ਹੋਏਗੀ। ਸੋ ਹਲੇ ਕੋਈ ਵੀ ਅਪਡੇਟ ਨਹੀਂ ਆਈ। ਸੋ ਜਲਦੀ ਐਗਜ਼ਾਮ ਜਿਹੜਾ ਹੋਏਗਾ ਜ਼ਰੂਰ ਹੋਏਗਾ, ਕੈਂਸਲ ਨਹੀਂ ਹੋਏਗਾ। ਤਾਂ ਆਪਣੀ ਤਿਆਰੀ ਹੈ ਜਿਹੜੀ ਬਰਕਰਾਰ ਰੱਖੋ। ਕੰਟੀਨਿਊ ਹੁਣ ਤੁਹਾਨੂੰ ਜਿਹੜੀਆਂ ਕਲਾਸਾਂ ਉਹ ਦੁਬਾਰਾ ਫਿਰ ਤੋਂ ਪ੍ਰੋਵਾਈਡ ਕਰਾਂਗੇ। ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਜ਼ਰੂਰ ਕਰਦਿਆ ਕਰੋ, ਕਿਉਂਕਿ ਤੁਹਾਡੇ ਰਿਸਪੌਂਸ ਦੇ ਨਾਲ ਹੀ ਜਿਹੜੀ ਵੀਡੀਓ ਚੱਲਦੀ ਹੈ। ਸੋ ਮਿਲਦੇ ਹਾਂ ਜੀ ਅਗਲੇ ਭਾਗ ਦੇ ਵਿੱਚ ਅਗਲੇ ਨਵੇਂ MCQ ਪ੍ਰਸ਼ਨ ਉੱਤਰਾਂ ਨਾਲ। ਉਦੋਂ ਤੱਕ ਲਈ ਧੰਨਵਾਦ।